ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਦੇਖ ਰਹੇ ਹੋ ਸੀਪੀਸੀ ਟੀਵੀ ਦੀ ਖਾਸ ਪੇਸ਼ਕਸ਼ ਟੀਕਾ ਟਿੱਪਣੀ। ਖਾਸ ਖਬਰਾਂ ਨੂੰ ਲੈ ਕੇ ਖਾਸ ਹੀ ਚਰਚਾ ਕਰਾਂਗੇ, ਗੱਲ ਕਰਾਂਗੇ ਪੰਜਾਬ ਦੇ ਚੋਣਾਂ ਦੇ ਮਾਹੌਲ ਦੀ। ਸ਼ੁਰੂਆਤ ਕਰਾਂਗੇ ਵਿਕਰਮ ਮਜੀਠੀਆ ਤੋਂ। ਮਜੀਠੀਆ ਇੱਕ ਥਾਂ ਤੋਂ ਹੀ ਚੋਣ ਲੜਨਗੇ। ਅਕਾਲੀ ਦਲ ਦੇ ਸਮੀਕਰਨ ਦੇ ਹਿਸਾਬ ਦੇ ਨਾਲ ਅਕਾਲੀ ਦਲ ਦੀ ਸਿਆਸਤ ਵਰਸਸ ਨਵਜੋਤ ਸਿੱਧੂ ਦੀ ਸਿਆਸਤ ਦੇ ਐਂਗਲ ਤੋਂ ਦੇਖਾਂਗੇ ਕਿ ਚੀਜ਼ਾਂ ਕਿੰਨੀਆਂ ਇੱਕ ਜ਼ਮੀਨ ਤੇ ਤਾਕਤਵਰ ਸਾਬਤ ਹੋਣਗੀਆਂ। ਉਸ ਤੋਂ ਬਾਅਦ ਗੱਲ ਕਰਾਂਗੇ ਦਿਲਚਸਪ ਵੰਨਗੀ ਦੀ, ਜੁੱਤੀਆਂ ਗੰਢਣ ਵਾਲਾ ਵੀ ਇੱਕ ਉਮੀਦਵਾਰ ਹੈ। ਬੇਸ਼ੱਕ ਇਹ ਤਾਂ ਚਰਚਾ ਹੈ ਕਿ ਕਰੋੜਾਂਪਤੀ ਅਰਬਾਂਪਤੀ ਉਮੀਦਵਾਰ ਨੇ, ਪਰ ਜੁੱਤੀਆਂ ਗੰਢਣ ਵਾਲਾ ਵੀ ਚੋਣ ਮੈਦਾਨ ਦੇ ਵਿੱਚ ਹੈ। ਕਿੱਥੋਂ ਹੈ, ਕੌਣ ਆ, ਜਾਣਾਂਗੇ ਮਿੰਟੂ ਗੁਰਸੇਗਰੀ ਤੋਂ। ਉਸ ਤੋਂ ਬਾਅਦ ਪੰਜਾਬ ਕਾਂਗਰਸ ਤੇ ਨਾਲੋਂ ਨਾਲ ਪੰਜਾਬ ਦੀ ਸਿਆਸਤ ਦੀਆਂ ਹੋਰ ਦਿਲਚਸਪ ਵੰਨਗੀਆਂ ਮਿੰਟੂ ਜੀ ਤੋਂ ਸੁਣਦੇ ਆ। ਪਹਿਲਾਂ ਜੁੜਦੇ ਉਹਨਾਂ ਦੇ ਨਾਲ, ਫਿਰ ਕਰਾਂਗੇ ਖਾਸ ਚਰਚਾ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਕਾਂਗਰਸ ਦੀ ਆਈਟੀ ਟੀਮ ਪਿਛਲੇ ਕਈ ਦਿਨਾਂ ਤੋਂ ਪ੍ਰਚਾਰ ਕਰ ਰਹੀ ਸੀ ਕਿ ਮਜੀਠੀਆ ਜੀ ਸੇਫ ਖੇਡ ਰਹੇ ਨੇ। ਹਾਲਾਂਕਿ ਬਾਅਦ ਚ ਅਕਾਲੀ ਦਲ ਵੀ ਆਇਆ, ਉਹ ਕਹਿੰਦੇ ਕਿ ਹੁਣ ਚੰਨੀ ਸਾਹਿਬ ਸੇਫ ਖੇਡ ਰਹੇ ਨੇ ਭਦੌੜ ਤੋਂ ਆ ਕੇ। ਪਰ ਕੱਲ ਚਰਚਾ ਛਿੜ ਗਈ ਕਿ ਗਨੀਵ ਕੌਰ ਜੀ ਮਜੀਠਾ ਤੋਂ ਚੋਣ ਮੈਦਾਨ ਦੇ ਵਿੱਚ ਆਉਣਗੇ ਤੇ ਮਜੀਠੀਆ ਵਨ ਐਂਡ ਓਨਲੀ ਸਾਹਮਣਾ ਕਰਨਗੇ ਨਵਜੋਤ ਸਿੰਘ ਸਿੱਧੂ ਦਾ। ਜੀ ਦੇਖੋ, ਪਹਿਲੀ ਗੱਲ ਤੇ ਜਿਹੜਾ ਸਮੀਕਰਨ ਆ ਬੜੇ ਇੰਟਰਸਟਿੰਗ ਹੁੰਦੇ ਨੇ ਫੈਕਟ ਜਦੋਂ ਤੁਸੀਂ ਡਾਟਾ ਖੰਗਾਲਦੇ ਹੋ। ਹਾਂਜੀ, ਇਲੈਕਸ਼ਨ ਦੋ ਥਾਈਓਂ ਅਮਰਿੰਦਰ ਸਿੰਘ 2 ਵਾਰੀ ਲੜਿਆ। ਅੱਛਾ, ਠੀਕ ਹੈ। 1992 ਚ ਜੀ, ਤੇ ਇੱਕ ਵਾਰੀ ਮੇਰੇ ਖਿਆਲ ਦੇ ਨਾਲ ਉਸ ਤੋਂ ਬਾਅਦ ਵੀ ਲੜਿਆ, ਲੰਬੀ ਵਾਲਾ। ਠੀਕ ਹੈ, ਹਾਂਜੀ, ਲੰਬੀ 2017 ਵਾਲਾ। ਹਾਂਜੀ, 92 ਚ ਸਮਾਣੇ ਤੋਂ ਜਿੱਤ ਗਿਆ। ਠੀਕ ਹੈ ਤੇ ਖਰੜ ਤੋਂ ਜਾ ਕੇ ਹਰਨੇਕ ਸਿੰਘ ਘੜਵਾ ਹੁੰਦਾ ਸੀ, ਬਹੁਤ ਵੱਡਾ ਲੀਡਰ, ਜੀ, ਉਹਦੇ ਤੋਂ ਹਾਰ ਗਿਆ। ਅੱਛਾ। ਤੇ ਲੰਬੀ ਚ ਕੀ ਹੋਇਆ ਸੀ 17 ਚ, ਤੇ ਤੁਹਾਨੂੰ ਕਰਾਉਣ ਦੀ ਨੌਬਤ ਹੀ ਨਹੀਂ ਆਈ। ਹਾਂਜੀ, ਨੌਬਤ ਹੀ ਨਹੀਂ ਆਈ ਜੀ, ਪਰ ਇੱਕ ਲੀਡਰ ਐਸਾ ਸੀਗਾ ਜੀ, ਕਿ ਜਿਹੜਾ 2 ਥਾਈਓਂ ਲੜਿਆ ਵੀ ਤੇ ਜਿੱਤਿਆ ਵੀ, ਉਹ ਸੀ ਪ੍ਰਕਾਸ਼ ਸਿੰਘ ਬਾਦਲ 97 ਚ। ਠੀਕ ਉਦੋਂ ਹੈ ਕਿਲਾ ਰਾਏਪੁਰ ਸੀਟ ਹੁੰਦੀ ਸੀ, ਜੀ, ਕਿਲਾ ਰਾਏਪੁਰ ਤੋਂ ਇਹ ਜਿੱਤ ਗਏ। ਹਾਂਜੀ, ਲੰਬੀ ਤੇ ਜਿੱਤ ਹੀ ਜਾਣਾ ਸੀਗਾ। ਹਾਂਜੀ, 97 ਚ ਉਦੋਂ ਪਹਿਲਾਂ ਤਾਂ ਗਿੱਦੜਵਾ ਤੋਂ ਖਲੋਂਦੇ ਸਨ, 97 ਚ ਲੰਬੀ ਤੋਂ ਲੜਨਾ ਸਟਾਰਟ ਕੀਤਾ। ਠੀਕ ਹੈ। ਤੇ ਹਿਸਾਬ ਲਾ ਲਓ ਕਿੰਨੇ ਸਾਲ ਹੋ ਗਏ ਆ, 25 ਸਾਲ, 25 ਆਲਮੋਸਟ 25 ਸਾਲ। ਜੀ, ਤਾਂ 25 ਸਾਲ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਸੀ, ਪਰ ਪਰ ਉਦੋਂ ਇਹ ਵੀ ਸੇਫ ਖੇਡੇ ਸਨ ਜੀ, ਕਿਲਾ ਰਾਏਪੁਰ ਤੋਂ। ਠੀਕ ਹੈ ਉਦੋਂ ਕਿਲਾ ਰਾਏਪੁਰ ਹਲਕਾ ਹੁੰਦਾ ਸੀ, ਜੀ, ਤਾਂ 2 ਥਾਵਾਂ ਤੋਂ ਜਿੱਤ ਗਏ ਸਨ। ਠੀਕ ਹੈ ਬਾਕੀ ਬਹੁਤਾ ਕੁਝ ਨਹੀਂ ਮਿਲਦਾ। ਜੀ, ਜਿਹੜੇ 2 ਵਾਰੀ ਇਲੈਕਸ਼ਨ ਲੜਦੇ, ਜ਼ਿਆਦਾਤਰ ਉਹਨਾਂ ਚੋਂ ਹੂੰ, ਉਮੀਦਵਾਰ ਜਿਹੜੇ ਆ ਕਈ ਵਾਰ ਹਾਰ ਹਰ ਜਾਂਦੇ ਆ। ਜਾਂਦੇ ਹੁਣ ਮਜੀਠੀਆ 2 ਥਾਈਓਂ ਨਹੀਂ ਲੜ ਰਿਹਾ, ਜੀ, ਪਰ ਗੱਲ ਇਹ ਆ ਕਿ ਪ੍ਰਵੀਨ ਜੀ ਮਜੀਠੀਏ ਦੇ ਘਰੋਂ ਬੀਬੀ ਗੁਰਨੀਵ ਕੌਰ ਉਹ ਮੈਦਾਨ ਚ ਆ ਗਈ ਹੈ। ਹਾਂਜੀ, ਹਾਂ, ਫਰਕ ਕੀ ਹੈ? ਹੂੰ, ਸੀਟ ਤੇ ਉਹਨਾਂ ਦੇ ਕੋਲ ਰਹੇਗੀ, ਕਿਉਂਕਿ ਮਜੀਠੇ ਚੋਂ ਉਹਨਾਂ ਨੂੰ ਹਰਾਣਾ ਹੂੰ, ਬੜਾ ਔਖਾ ਹੈ ਠੀਕ ਤੇ ਹੈ ਤਕਰੀਬਨ ਅਸੰਭਵ ਹੈ। ਜੀ, ਜੋ ਉੱਥੋਂ ਦੇ ਜੇ Ground ਧਰਾਤਲੀ ਤੇ ਸਮੀਕਰਨ ਦੇਖੋਗੇ ਤਾਂ ਠੀਕ ਹੈ, ਉਹ ਫੈਕਟ ਕੁਛ ਇਸੇ ਤਰ੍ਹਾਂ ਦੀ ਹੈ ਹਾਂਜੀ, ਕਿ ਭਾਈ ਕਈ ਲੀਡਰ ਹੁੰਦੇ ਆ ਜਿਹੜੇ ਗਰਾਊਂਡ ਤੇ ਇੰਨੇ ਜ਼ਿਆਦਾ ਮਜ਼ਬੂਤ ਹੋ ਜਾਂਦੇ ਆ ਹੂੰ, ਕਿ ਉਹ ਹਿੱਲਦੇ ਨਹੀਂ ਹਿਲਾਇਆ। ਫਿਰ ਜੀ, ਅੱਜ ਪ੍ਰਕਾਸ਼ ਸਿੰਘ ਬਾਦਲ ਠੀਕ ਆ, 94 ਸਾਲ ਦੀ ਉਮਰ ਦੇ ਵਿੱਚ ਇੱਕ ਖਤਰੇ ਤੇ ਜ਼ਰੂਰ ਆ, ਹਾਂਜੀ, ਪਰ ਦੇਖ ਲਓ ਕਿੰਨੇ ਸਾਲ ਅਨਬੀਟਨ ਰਹੇ ਨੇ। ਜੀ, ਬਿਲਕੁਲ, ਤਾਂ ਇਹ ਆ ਕਿ ਇਹ ਨਹੀਂ ਸੀਗਾ ਕੋਈ ਪਿੰਡ ਤੁਰਦੇ ਹੀ ਫਿਰਦੇ ਰਹਿੰਦੇ ਹੁੰਦੇ ਸਨ। ਜੀ, ਜੀ, ਸੰਗਾ ਦਰਸ਼ਨ ਆ, ਫਲਾਂ ਟਮਕਾ, ਮਤਲਬ ਕਿੰਟਾ ਚ ਰਹੇ। ਇੱਕ ਹਾਂ, ਗਰਾਊਂਡ ਐਸਾ ਤਿਆਰ ਕਰ ਲੈਂਦਾ ਲੀਡਰ ਹਾਂਜੀ, ਕਿ ਉਹਨੂੰ ਹਾਂਜੀ, ਛੇਤੀ ਕਿਤੇ ਪੁੱਟਣਾ ਮੁਸ਼ਕਲ ਹੋ ਜਾਂਦਾ। ਹੂੰ, ਹੁਣ ਜਿੱਥੋਂ ਤੱਕ ਸਵਾਲ ਹੈ ਕਿ ਇੱਕ ਥਾਂ ਤੋਂ ਲੜਨ ਦਾ ਜਿਹੜਾ ਲਲਕਾਰਾ ਵੱਜਾ, ਜੀ, ਮੈਂ ਤੁਹਾਨੂੰ ਅੱਗੇ ਵੀ ਇਹ ਸਾਫ਼ ਕੀਤਾ ਤੇ ਬੜੀਆਂ ਥਾਵਾਂ ਤੇ ਕਹਿਣਾ ਆ ਜੀ, ਕਿ ਦੇਖੋ ਕਈ ਵਾਰ ਕੀ ਹੁੰਦਾ ਨਾ, ਇੱਕ ਲੀਕ ਖਿੱਚੀ ਜਾਂਦੀ ਹੈ, ਠੀਕ ਹੈ, ਇੱਕ ਲੀਕ ਖਿੱਚੀ ਜਾਂਦੀ ਆ, ਹਾਂ, ਉੱਥੇ ਹਾਰ ਜਿੱਤ ਮੈਟਰ ਨਹੀਂ ਕਰਦੀ। ਠੀਕ ਹੈ, ਉਹ ਇੱਕ ਹੋਂਦ ਦੀ ਲੀਕ ਹੋ ਸਕਦੀ ਆ, ਜੀ, ਜਾਂ ਤੁਹਾਡੀ ਬਹੁਤ ਜਟਿਲ ਕੂਟਨੀਤੀ ਹੁੰਦੀ ਹੈ, ਜਿਹਨੂੰ ਸਮਝਣਾ ਗੁੰਝਲਦਾਰ ਆਪਾਂ ਕਹਿ ਸਕਦੇ ਹਾਂ ਠੀਕ ਕਿ ਹੈ, ਗੁੰਝਲਦਾਰ ਕੂਟਨੀਤੀ ਹੁੰਦੀ ਹੈ, ਹੂੰ, ਜਿਹਦੇ ਵਿੱਚ ਤੁਸੀਂ ਦੂਜਿਆਂ ਨੂੰ ਉਲਝਾਉਣਾ ਹੁੰਦਾ ਤੇ ਆਪਣਾ ਫਾਇਦਾ ਖੱਟਣਾ ਹੁੰਦਾ। ਹੂੰ, ਤੁਸੀਂ ਸੋਚੋ ਜੀ, ਮਜੀਠੀਏ ਦਾ ਕੀ ਜਾਏਗਾ? ਹੂੰ, ਵਿਧਾਇਕੀ ਤੇ ਘਰੇ ਰਹਿ ਗਈ। ਬਿਲਕੁਲ ਰਹੇਗੀ, ਅੱਜ ਦੀ ਤਾਰੀਖ ਦੇ ਵਿੱਚ ਹਾਂਜੀ, ਤੁਸੀਂ ਨਵਜੋਤ ਸਿੰਘ ਸਿੱਧੂ ਦੀਆਂ ਕੁਝ ਸਟੇਟਮੈਂਟਾਂ ਦੇਖੋ। ਉਹਨੇ ਵਿਕਰਮ ਸਿੰਘ ਮਜੀਠੀਆ ਨੂੰ ਲਲਕਾਰਿਆ, ਉਹਨੇ ਆਖਿਆ 2 ਦਿਨਾਂ ਚ ਤੇਰੀ ਇੱਛਾ ਪੂਰੀ ਕਰ ਦੂੰ। ਇੱਛਾ ਪੂਰੀ ਕਰ ਦਿੱਤੀ, ਜੀ, ਤਾਂ ਬੈਕਫੁੱਟ। ਹਾਂ, ਬਿਲਕੁਲ, ਹੁਣ ਨਵਜੋਤ ਸਿੰਘ ਸਿੱਧੂ ਦੀ ਸਟੇਟਮੈਂਟ ਦੇਖੋ ਕੀ ਹੈ। ਹਾਂਜੀ, ਉਹ ਇਹ ਨਹੀਂ ਕਹਿ ਰਿਹਾ ਕਿ ਮੈਂ ਇਸ ਇਲਾਕੇ ਦੇ ਜੀ, ਅੰਮ੍ਰਿਤਸਰ ਈਸਟ ਦੇ ਇੰਨੇ ਕੰਮ ਕਰਾਏ ਆ ਕਿ ਕੋਈ ਵੀ ਆ ਜਾਵੇ ਭਾਈ ਮੈਨੂੰ ਕੋਈ ਖਤਰਾ ਨਹੀਂ ਹੈ। ਹੂੰ, ਠੀਕ ਹੈ, ਕੋਈ ਖਤਰਾ ਨਹੀਂ ਹੈ। ਇੱਕ ਤਾਂ ਲੀਡਰ ਨੂੰ ਇਹ ਕੌਨਫੀਡੈਂਸ ਹੁੰਦਾ ਹੁੰਦਾ ਕਿ ਜਿਹੜਾ ਮਰਜ਼ੀ ਆ ਜਾਏ ਭਾਈ, ਆਪਣੇ ਕੰਮ ਬੋਲਦੇ ਆ, ਜੀ, ਲੋਕਾਂ ਨੂੰ ਮੇਰੇ ਤੇ ਭਰੋਸਾ ਵਾ। ਹਾਂ,
ਲੋਕ ਫਤਵਾ ਮਿਲੂ ਪਰ ਸਿੱਧੂ ਸਾਹਿਬ ਨੇ ਕੱਲ ਕੀ ਸਟੇਟਮੈਂਟ ਦਿੱਤੀ ਹੈ ਜੀ ਕਿ ਇਹ ਬੰਦੇ ਜਦੋਂ ਵੀ ਪਾਵਰ 'ਚ ਆ ਜਾਂਦੇ ਆ, ਹੂੰ 2 ਟਰਾਂਸਪੋਰਟਾਂ ਦਾ ਨਾਂ ਲਿਆ ਹੂੰ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਲਵਾਰ ਰੱਖ ਕੇ ਇਹਨਾਂ ਨੇ ਖੋਹ ਲਈਆਂ ਬੱਸਾਂ। ਠੀਕ ਹੈ ਮਤਲਬ ਕਿ ਇਹ ਬਦਮਾਸ਼ ਆਦਮੀ ਹੈ ਤੇ ਬਿਜ਼ਨਸ ਖੋਹ ਲੈਣਗੇ ਲੋਕਾਂ ਦੇ। ਹੂੰ ਇਹ ਨਿਸ਼ਾਨੀ ਹੁੰਦੀ ਹੈ ਲੀਡਰ ਦੇ ਹਾਂ। ਬੈਕਫੁੱਟ ਤੇ ਖੇਡਣ। ਜਦੋਂ ਇੱਕ ਖਾਸ ਨੈਰੇਟਿਵ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਹਾਂਜੀ ਵੀ ਮਤਲਬ ਕਿ ਹੁਣ ਮੈਸੇਜ ਸ਼ਹਿਰੀਆਂ ਨੂੰ ਇਹ ਦਿਓ ਜੀ, ਕਿ ਭਾਈ ਬਚ ਡਿਵੈਲਪਮੈਂਟ ਕੇ। ਵਗੈਰਾ ਤਾਂ ਕੁਛ ਨਹੀਂ ਹੈ, ਹਾਂ ਚਲੋ ਮੈਂ ਵੀ ਉਹੋ ਜਿਹਾ ਤੇ ਉਹ ਵੀ ਇਹੋ ਜਿਹਾ। ਹਾਂ ਫਰਕ ਇਹ ਆ ਕਿ ਉਹ ਤੇ ਜੁੱਤੀਆਂ ਵਾਲੇ ਆ, ਜੀ ਉਹ ਤੇ ਜੁੱਤੀਆਂ ਮਾਰਨਗੇ, ਤੁਹਾਡਾ ਸਾਰਾ ਕੁਝ ਖੋਹ ਲੈਣਗੇ। ਖੋਹ ਤਾਂ ਇੱਥੇ ਤੁਸੀਂ ਲੜਾਈ ਦਾ ਦੇਖ ਸਕਦੇ ਹੋ, ਇੱਕ ਨਵਾਂ ਐਂਗਲ ਖੁੱਲਦਾ ਐਂਗਲ ਹੈ ਖੁੱਲਦਾ ਬਿਲਕੁਲ ਸਹੀ ਹੈ ਕਿ ਭਾਈ ਸਾਰੇ ਹੀ, ਜੇ ਵਿਕਰਮ ਮਜੀਠੀਆ ਹੂੰ ਬੈਕਫੁੱਟ ਤੇ ਨਹੀਂ ਤਾਂ ਉਹ ਇੰਨੇ ਫਰੰਟ ਫੁੱਟ ਤੇ ਵੀ ਨਹੀਂ। ਹੂੰ ਉਹ ਇੱਕ ਮੈਂ ਜਿਵੇਂ ਕਹਿ ਰਿਹਾ ਕਿ ਲੀਕ ਖਿੱਚਣ ਦਾ ਚੱਕਰ ਹੁੰਦਾ ਹੈ ਜੀ ਕਿ ਭਾਈ ਧੱਕੜ 'ਚ ਧੱਕੜ ਵੱਜੇਗਾ, ਹਾਂ ਜੀ ਵੇਖੀ ਜਾਊਗੀ ਜੋ ਔਰ ਹੋਏਗਾ। ਸਮੇਂ ਦੇ ਹਿਸਾਬ ਨਾਲ ਕਈ ਵਾਰੀ ਜ਼ਰੂਰੀ ਵੀ ਹੋ ਜਾਂਦੀ ਹੈ ਜ਼ਰੂਰੀ ਹੋ ਜਾਂਦਾ, ਅਕਾਲੀ ਦਲ ਵਾਸਤੇ ਉਹ ਸ਼ਾਇਦ ਜ਼ਰੂਰੀ ਸੀਗਾ ਜੀ ਕਿ ਐਸਾ ਕੁਛ ਸਿਰਜਿਆ ਜਾਵੇ ਕਿ ਅਕਾਲੀ ਦਲ ਕਿਤੇ ਨਾ ਕਿਤੇ ਜੋ ਡਿਸਕੋਰਸ ਹੈ ਹਾਂ ਜੀ ਉਹਦੇ ਉਹਦੇ 'ਚ ਪਛੜਦਾ ਹੈ। ਪਛੜਦਾ ਬਿਲਕੁਲ ਤਾਂ ਸਹੀ। ਅੱਜ ਤੁਸੀਂ ਦੇਖੋਗੇ ਹਾਂ ਜੀ ਕੁਝ ਦਿਨਾਂ ਤੋਂ ਜਿੱਦਣ ਤੋਂ ਮਜੀਠੀਆ ਨੇ ਐਲਾਨ ਕੀਤਾ ਹੈ, ਹਾਂ ਤੁਸੀਂ ਦੇਖੋਗੇ ਅਕਾਲੀ ਦਲ ਦਾ ਚਰਚਾ ਹੁੰਦਾ ਉਸ ਸੀਟ ਦੇ ਬਾਨੇ ਸਹੀ, ਮਜੀਠੀਏ ਦੇ ਬਾਨੇ ਸਹੀ, ਜੀ ਹੋ ਰਿਹਾ ਅਕਾਲੀ ਇਹ ਚਰਚਾ ਤੇ ਚਾਹੀਦਾ ਹੈ। ਹੂੰ ਇਹ ਚਰਚਾ ਦਾ ਜਿਹੜਾ ਚਰਖਾ ਹੈ ਨਾ ਘੁਕਣਾ ਚਾਹੀਦਾ। ਕੁਕਣਾ ਚਾਹੀਦਾ ਬਿਲਕੁਲ ਸਹੀ ਇਹੀ ਤੇ ਹੁੰਦੇ ਹੀ ਆ ਨਾ ਰਾਜਨੀਤਿਕ ਆਕਾਂਖਿਆ। ਸੋ ਹੁਣ ਸਿੱਧੂ ਦਾ ਜਿਹੜਾ ਉੱਥੇ ਹਾਲ ਆ, ਇੱਕ ਤੇ ਇਹ ਕਿ ਜੀਵਨਜੋਤ ਕੌਰ ਦਾ ਗ੍ਰਾਫ ਕਹਿੰਦੇ ਆ ਕਿ ਕੁਝ ਮੈਂ ਵਿਸ਼ਲੇਸ਼ਕ ਜਿਹੜੇ ਮਾਝੇ ਤੋਂ ਹੀ ਨੇ ਠੀਕ ਹੈ ਉਹਨਾਂ ਨੂੰ ਥੋੜਾ ਫੋਲੋ ਕਰੀਦਾ ਹੈ ਨਾ, ਜੀ ਤਾਂ ਉਹ ਦੱਸਦੇ ਨੇ, ਕਹਿੰਦੇ ਨੇ ਕਿ ਉਸ ਕੁੜੀ ਦਾ ਵੀ ਥੋੜਾ ਗ੍ਰਾਫ ਕੁਝ ਹਫ਼ਤਿਆਂ ਦੇ ਅੰਦਰ ਉੱਤੇ ਗਿਆ, ਅੱਪ ਗਿਆ ਹੈ। ਜੀ 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 ਸਹੀ ਇਟ ਮੀਨ ਕਿ ਜੋ ਤੁਹਾਡੀ ਪਿਛਲੇ ਇਲੈਕਸ਼ਨ ਦੇ ਵਿੱਚ 60-65 ਹਜ਼ਾਰ ਦੇ ਕਰੀਬ ਵੋਟ ਸੀਗੇ, ਹਾਂ ਜੀ ਤਾਂ ਇਹਦਾ ਮਤਲਬ ਕਿ ਉਹ ਵੋਟ ਵੀ ਖਿਸਕਣੀ ਸ਼ੁਰੂ ਹੋਈ ਹੈ। ਸ਼ੁਰੂ ਹੋਈ ਹੈ ਜੀ ਉਧਰੋਂ ਭਾਜਪਾ ਨੇ ਐਸੀ ਕਾਰਡ ਖੇਲ ਦਿੱਤਾ। ਹਾਂ ਜੀ ਉੱਥੇ ਉਹਦੇ ਚ ਕੀ ਹੈ ਅੱਜ ਕਿ ਜੀ, ਮਕਬੂਲਪੁਰਾ ਵੀ ਸ਼ਾਇਦ ਇਸੇ ਹੀ ਹਲਕੇ ਦੇ ਵਿੱਚ ਆ ਠੀਕ ਹੈ ਜਿੱਥੇ ਐਸਸੀ ਵਸੋਂ ਕਾਫੀ ਹੈ। ਹੂੰ ਉਧਰੋਂ ਸਿੱਧੂ ਜਿਸ ਤਰ੍ਹਾਂ ਕਹਿ ਰਿਹਾ ਸੀਗਾ, ਹਾਂ ਜੀ ਸਿੱਧੂ ਦੀ ਇੱਕ ਮੈਂ ਦੇਖੀ ਆ ਸ਼ਾਇਦ ਇੰਟਰਵਿਊ ਚ ਨਹੀਂ ਕਿਹਾ, ਇੱਕ ਅਖਬਾਰ ਨੇ ਦਾਵਾ ਕੀਤਾ ਕਿ ਸਿੱਧੂ ਇਸ ਗੱਲ ਤੋਂ ਖਫਾ, ਹੁਣ ਦੇਖੋ ਪਤਾ ਨਹੀਂ ਉਹਨਾਂ ਦੇ ਕੀ ਸੋਰਸ ਰਹੇ ਹੋਣਗੇ, ਨੈਸ਼ਨਲ ਨਿਊਜ਼ਪੇਪਰ ਹੈ, ਠੀਕ ਹੈ ਉਹਨੇ ਦਾਵਾ ਕੀਤਾ ਕਿ ਭਾਈ ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਖਫਾ ਹੈ ਜੀ ਕਿ ਚੰਨੀ ਨੂੰ 2 ਟਿਕਟਾਂ ਜਿਹੜੀਆਂ ਦਿੱਤੀਆਂ ਗਈਆਂ ਹਾਂ ਜੀ ਉਹਦੇ ਚ ਇੱਕ ਤੇ ਕੰਸੈਂਟ ਮੇਰਾ ਕੋਈ ਨਹੀਂ ਲਿਆ ਗਿਆ। ਜੀ 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 ਸੈਕੰਡ ਚੀਜ਼ ਇਹ ਆ ਕਿ ਚੰਨੀ ਨੂੰ ਸੇਫ ਕਰ ਦਿੱਤਾ ਗਿਆ, ਜਦ ਕਿ ਮੈਂ ਤੇ ਸਭ ਤੋਂ ਤਗੜੀ ਲੜਾਈ ਲੜ ਰਿਹਾ, ਹਾਂ ਜੀ ਮੇਰੇ ਲਈ ਕਿਉਂ ਨਹੀਂ ਦੋਸਤ। ਬਿਲਕੁਲ ਇਹ ਹੈ ਇਹ ਸਿੱਧੂ ਦੀ ਕਹਿੰਦੇ ਆ ਕਿ ਹਾਂਜੀ। ਕੁਝ ਉਹਨਾਂ ਦੇ ਵੱਡੇ ਲੀਡਰਾਂ ਦੇ ਨਾਲ ਗੱਲ ਵੀ ਹੋਈ ਆ, ਹੋਈ ਆ। ਉਹਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਅੱਛੀ ਗੱਲ ਨਹੀਂ ਹੈ ਯਾਰ, ਹਾਂ ਮੈਨੂੰ ਫਸਾਇਆ ਜਾ ਰਿਹਾ ਹਰ ਪਾਸੇ, ਜੀ ਚੰਨੀ ਨੂੰ ਕੱਢਿਆ ਜਾ ਰਿਹਾ, ਹੂੰ ਇਹ ਨਾਰਾਜ਼ਗੀ ਆ। ਔਰ ਇੱਕ ਸਟੇਟਮੈਂਟ ਜਿਹੜੀ ਔਨ ਰਿਕਾਰਡ ਆਈ ਹੈ ਨਵਜੋਤ ਸਿੰਘ ਸਿੱਧੂ ਦੀ, ਉਹਦੇ ਚ ਉਹ ਕਹਿ ਰਹੇ ਨੇ ਕਿ ਦੇਖੋ ਪਾਰਟੀ ਹਾਈ ਕਮਾਂਡ ਦਾ ਬਈ ਫੈਸਲਾ ਹੋਣਾ, ਮੈਂ ਕੀ ਕਹਿ ਸਕਦਾ। ਠੀਕ ਹੈ ਮਤਲਬ ਕਿ ਉੱਥੇ ਉਹ ਆਪਣੀ ਉਹ ਗੱਲ, ਜਿਹੜੀ ਗੱਲ ਆਪਾਂ ਕਹਿ ਰਹੇ ਹਾਂ ਕਿ ਮੀਡੀਆ ਸੋਰਸ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ, ਉੱਥੇ ਉਹ ਪ੍ਰਤੱਖ ਤੌਰ ਤੇ ਪ੍ਰਗਟਾ ਰਹੇ ਨੇ, ਹਾਂ ਜੀ ਇਜ਼ਹਾਰ ਕਰ ਰਹੇ ਨੇ ਹੂੰ। ਕਿ ਬਈ ਮੈਂ ਹੁਣ ਕੀ ਕਰ ਸਕਦਾ, ਇਹ ਹਾਈ ਕਮਾਂਡ ਦਾ ਫੈਸਲਾ ਹੈ। ਇਹਨਾਂ ਚੀਜ਼ਾਂ ਨਾਲ ਹੀ ਸੀਐਮ ਚੰਨੀ ਸੀਐਮ ਹੋਣਗੇ, ਇਸ ਥਿਊਰੀ ਨੂੰ ਇਸ ਬਿਲਕੁਲ ਇਸ ਗੱਲ ਨੂੰ ਵੱਲ ਮਿਲਦਾ। ਔਰ ਤੁਸੀਂ ਦੇਖਿਆ ਹੋਵੇਗਾ ਨਵਜੋਤ ਸਿੰਘ ਸਿੱਧੂ ਹੁਣ ਹੌਲੀ ਉਹਨਾਂ ਨੂੰ ਪਤਾ ਲੱਗ ਗਿਆ, ਜੀ ਉਹ ਆਪਣੇ ਉਸੇ ਹੀ ਦਾਇਰੇ 'ਚ ਕੇਂਦਰਿਤ ਹੋ ਰਹੇ ਆ ਜਿੱਥੇ ਉਹਨਾਂ ਨੂੰ ਪਤਾ ਕਿ ਮੈਂ ਖਲੋ ਕੇ ਲੜਨਾ ਹੈ। ਹਾਂ ਜੀ ਤੁਸੀਂ ਦੇਖੋਗਾ ਪਿਛਲੇ 2-3 ਦਿਨ ਤੋਂ ਦੇਖੋ ਹਾਂ ਜੀ ਨਵਜੋਤ ਸਿੰਘ ਸਿੱਧੂ ਸਮਿਤ ਦਾ ਉਹ ਗਏ ਨੇ ਪ੍ਰਚਾਰ ਕਰਨ ਕਿ ਇਸ ਮੁੰਡੇ ਨੂੰ ਜਿਤਾਓ, ਮੈਂ ਬਾਈ ਇਸ ਸਾਲ ਕੇ ਲਈ ਕਰੂੰਗਾ ਜਿੰਨਾ ਕਰ ਸਕਦਾ। ਹੂੰ ਤਾਂ ਮਤਲਬ ਕਿ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਆਪ ਜਿੱਤੀਏ ਯਾਰ ਇਸ ਲੜਾਈ ਨੂੰ, ਹਾਂ ਬਿਲਕੁਲ, ਤੇ ਨਾਲ ਜਿਹੜੇ ਆਪਣੇ ਬੰਦੇ ਉਹ ਜਿਤਾਈਏ। ਹਾਂ ਜੀ ਪਹਾੜ 'ਚ ਗਿਆ ਸਾਰਾ ਕੁਝ, ਪਹਿਲਾਂ ਵਿਧਾਨ ਸਭਾ ਜਾਣਾ ਪਊਗਾ ਨਾ, ਫੇਰ ਹੀ ਉਹਦੇ ਮਿਲਣਗੇ। ਹਾਂਜੀ। ਸੋ ਇਹ ਚੀਜ਼ ਜਿਹੜੀ ਹੈ ਨਾ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ। ਦੇਖੋ ਉੱਥੇ ਕੋਈ ਵੀ ਜਿੱਤੇ, ਹਾਂ ਜੀ ਮੇਰਾ ਅੱਜ ਵੀ ਇਹ ਮੰਨਣਾ ਕਿ ਮਜੀਠੀਆ ਗੇਨ ਕਰੇਗਾ ਇਸ ਗੇਮ ਦੇ ਵਿੱਚ, ਹਾਰ ਕੇ ਵੀ गेन करेगा। कई बार ਹੁੰਦਾ ਨਾ हार के हार कर भी जो जीत जाता है उसको कहते बाजीगर। हाँ जी। सो बाजीगर हो बाजीगर। मेरे ख्याल ਦੇ ਨਾਲ ਵਿਕਰਮ ਸਿੰਘ ਮਜੀਠੀਏ ਦਾ ਕੱਦ ਵਧੇਗਾ ਹੀ ਵਧੇਗਾ ਅਕਾਲੀ ਦਲ ਬਾਦਲ ਦੇ ਵਿੱਚ। ਠੀਕ ਹੈ। ਦੂਸਰਾ ਕਿ ਇੱਕ ਟਿਕਟ ਹੋਰ ਘਰੇ ਲੈ ਲਈ, ਉਧਰੋਂ ਭੈਣ ਤੇ ਭਣਵਈਆ ਜੀ, ਤੇ ਉਧਰੋਂ ਹੁਣ ਆਪ ਤੇ ਨਾਲ ਬੀਵੀ ਵੀ ਹੋ ਗਈ। ਇਸ ਚੀਜ਼ ਨੂੰ ਸਮਝੋ ਕਿ ਉਹਨੇ ਤਾਂ ਗੇਨ ਹੀ ਕੀਤਾ ਹੈ ਨਾ, ਹਾਰ ਕੇ ਵੀ ਕਹਿਣਗੇ ਕਿ ਯਾਰ ਸਿੱਧੂ ਦੇ ਬਰਾਬਰ ਕੋਈ ਨਹੀਂ ਸੀ ਖੜਦਾ। ਹਾਂਜੀ, ਆ ਖਲੋਤਾ ਮਾਝੇ ਵਾਲਾ ਜਨਾ। ਸਹੀ ਹੈ। ਸੋ ਮਤਲਬ ਕਿ ਉਹ ਗੇਨ ਹੀ ਕਰੇਗਾ। ਔਰ ਸਿੱਧੂ ਜੇ ਹਾਰ ਜਾਂਦਾ ਹੈ, ਖੁਦਾ ਨਾ ਖਾਸਤਾ, ਇਹ ਤੇ ਨੋਚ ਦੇਣਗੇ, ਕਾਂਗਰਸੀ ਨੋਚ ਦੇਣਗੇ।
ਜਿਵੇਂ ਤੁਸੀਂ ਦੇਖਿਆ ਸੁਨੀਲ ਜਾਖੜ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਇਹਨਾਂ ਨੇ, ਹਾਲਾਂਕਿ ਹਾਂਜੀ। ਸੁਨੀਲ ਜਾਖੜ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਵੀ ਸ਼ਾਮਲ ਸੀ, ਹਾਂਜੀ ਹਾਂਜੀ। ਪਰ ਉਹ ਹਾਰਾਂ ਸੀਗੀਆਂ ਨਾ ਜਿਹੜੀਆਂ ਕੁਛ, ਓਹੋ ਹਾਂ। ਉਹ ਸੁਨੀਲ ਜਾਖੜ ਨੂੰ ਬਿਲਕੁਲ ਰੱਦੀ ਕਰ ਗਈਆਂ। ਅਦਰਵਾਈਜ਼ ਸੁਨੀਲ ਜਾਖੜ ਨੈਸ਼ਨਲ ਲੈਵਲ ਦਾ ਲੀਡਰ ਬਣ ਸਕਦਾ ਸੀ। ਬਿਲਕੁਲ। ਸੋ ਇਹ ਹਾਰ ਹੁੰਦੀ ਹੈ ਨਾ ਜਿਹੜੀ, ਹਾਂਜੀ, ਹਾਂਜੀ। ਕਈਆਂ ਨੂੰ ਹਾਰ ਜਿਹੜੀ ਹੈ ਉਹ ਹਾਰ ਹੋ ਕੇ ਵੀ ਉੱਚਾ ਕਰ ਜਾਂਦੀ ਹੈ, ਹਾਂਜੀ। ਕਈਆਂ ਦੀ ਹਾਰ ਹਾਂਜੀ। ਮਤਲਬ ਕਿ ਜਿੱਤ ਦੇ ਕਰੀਬ ਪਹੁੰਚ ਕੇ ਵੀ ਜਿਹੜੀ ਹੋਈ ਹਾਰ ਹੈ ਖਤਮ ਕਰ ਜਾਂਦੀ ਹੈ। ਇਹ ਰਾਜਨੀਤੀ ਚੀਜ਼ ਹੀ ਐਸੀ ਹੈ। ਸੋ ਦੇਖਦੇ ਆ, ਜਿੱਤ ਕੋਈ ਵੀ ਸਕਦਾ। ਹਾਂਜੀ, ਕੋਈ ਵੀ ਸਕਦਾ, ਲੋਕਾਂ ਨੇ ਫੈਸਲਾ ਕਰਨਾ। ਜੀ ਜੀ। ਜੇ ਮਜੀਠੀਆ ਜਿੱਤ ਗਿਆ ਨਾ ਮਿੰਟੂ ਜੀ, ਆ ਜਿਹੜਾ ਗਰਾਊਂਡ ਬਾਹਰ ਲਾਏ ਤਾਂ ਹੈਗਾ ਹੀ ਹੈਗਾ, ਵਿਧਾਨ ਸਭਾ ਚ ਕਾਂਗਰਸ ਨੂੰ ਬਹੁਤ ਔਖਾ ਹੋ ਬਹੁਤ ਔਖਾ। ਔਰ ਸਿੱਧੂ ਮਤਲਬ ਕਿ ਦੇਖੋ ਕਿਉਂਕਿ ਉਹਨਾਂ ਇਹੀ ਦੀ ਤਾਂ ਸ਼ੈਲੀ ਖਤਰਾ ਹੈ ਹੈ ਨਾ, ਜੀ। ਨਵਜੋਤ ਹਾਂਜੀ। ਸਿੰਘ ਸਿੱਧੂ ਨੂੰ ਪਤਾ ਚੰਨੀ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਚ ਗਿਆ ਹੀ ਇਸੇ ਕਰਕੇ ਆ, ਹਾਂਜੀ, ਕਿਉਂਕਿ ਚੰਨੀ ਨੂੰ ਖਤਰਾ ਸੀ ਆਪਣੇ ਬੰਦਿਆਂ ਕੋਲੋਂ ਹੀ ਹਾਂਜੀ ਕਿ ਮੇਰੀ ਕੰਡ ਲਵਾ ਦੇਣਗੇ। ਜੀ। ਭਦੌੜ ਚਲੇ ਗਿਆ। ਅੱਛਾ, ਇਹਦੇ ਬਦਲੇ ਕੇਪੀ ਦੀ ਜ਼ਲਾਲਤ ਹੋ ਗਈ ਕੁੜਮ ਦੀ, ਹਾਂਜੀ ਹੋ ਗਈ। ਉਹਨਾਂ ਨੇ ਨਹੀਂ ਦਿੱਤੀ ਕੇਪੀ ਨੂੰ ਟਿਕਟ, ਐਨ ਮੌਕੇ ਬਿਲਕੁਲ ਉਹਨੂੰ ਫਸਾਈ ਰੱਖਿਆ। ਹਾਂਜੀ ਹਾਂਜੀ। ਇਹਦੇ ਭਰਾ ਨੂੰ ਟਿਕਟ ਨਹੀਂ ਦਿੱਤੀ, ਹਾਂਜੀ ਉਹਨਾਂ ਕਿਹਾ ਕਿ ਜੇ ਦੋ ਲੈਣੀਆਂ ਤਾਂ ਐਂ ਚੱਲੂ ਕੰਮ। ਜੀ। ਤਾਂ ਮਤਲਬ ਕਿ ਮਜਬੂਰੀ ਸਾਫ਼ ਝਲਕ ਰਹੀ ਹੈ, ਸਾਫ਼ ਝਲਕ ਰਹੀ ਹੈ, ਮਨਸ਼ਾ ਸਾਫ਼ ਝਲਕ ਰਹੀ ਹੈ। ਹਾਂਜੀ। ਤਾਂ ਨਵਜੋਤ ਸਿੰਘ ਸਿੱਧੂ ਦੂਸਰੇ ਪਾਸੇ ਜਿਹੜਾ, ਉਹ ਵੀ ਇਸ ਗੱਲ ਤੋਂ ਬਾਖੂਬੀ ਜਾਣੂ ਹੈ ਹਾਂਜੀ। ਕਿ ਮੈਨੂੰ ਘੇਰਾ ਬਾਹਰੋਂ ਹੀ ਨਹੀਂ ਪੈਣਾ, ਅੰਦਰੋਂ ਵੀ ਪੈਣਾ ਇਸ ਘੇਰਾਬੰਦੀ ਦੇ ਵਿੱਚ ਉਹਨਾਂ ਦਾ ਸਾਥ ਅੰਦਰੋਂ ਵੀ ਦੇਣਾ ਹੈ। ਜੀ। ਤੇ ਜਦੋਂ ਕਿਲੇ ਦੇ ਅੰਦਰੋਂ ਸਿਪਾਹੀ ਗਦਾਰੀ ਕਰਦੇ ਨੇ ਨਾ ਹਾਂ। ਕਿ ਭਾਈ ਇੱਥੋਂ ਤਖਤਾ ਖੁੱਲੇਗਾ, ਜੀ। ਇੱਥੇ ਚੋਟ ਕਰੋ, ਜੀ। ਕਿਲਾ ਫਿਰ ਬਹੁਤੀ ਦੇਰ ਸੁਰੱਖਿਅਤ ਨਹੀਂ ਰਹਿੰਦਾ। ਬਿਲਕੁਲ। ਤੁਸੀਂ ਜਾਖੜ ਸਾਹਿਬ ਦੀ ਗੱਲ ਕੀਤੀ ਹੈ, ਜਾਖੜ ਸਾਹਿਬ ਨੂੰ ਅੱਜ ਇੱਕ ਟੀਵੀ ਬਾਈਟ ਉਹਨਾਂ ਦੀ ਬੜੀ ਚਲਾ ਰਹੇ ਸੀ ਸਵੇਰ ਤੋਂ ਲੈ ਕੇ, ਉਹ ਕਹਿ ਰਹੇ ਸੀ ਨਹੀਂ ਬਾਈਟ ਨਹੀਂ, ਉਹ ਕਿਤੇ ਉਹ ਪਿੰਡ ਦੇ ਵਿੱਚ ਹਾਂਜੀ, ਪ੍ਰਚਾਰ ਕਰ ਰਹੇ ਪ੍ਰਚਾਰ ਕਰ ਰਹੇ ਹਾਂਜੀ। ਨੇ ਤੇ ਕੈਂਪੇਨ ਦੇ ਦੌਰਾਨ ਉਹਨਾਂ ਦੀ ਕਲਿੱਪ ਸਾਹਮਣੇ ਆਈ ਹੈ। ਉਹ ਕਹਿੰਦੇ 40 ਬੰਦੇ ਸੀ ਮੇਰੇ ਵਰਨੀ ਜਦੋਂ ਸੀਐਮ ਦਾ 42 ਸੌਰੀ, ਹਾਂਜੀ ਹਾਂਜੀ। ਤੇ 6 ਸੀਗੇ ਸ਼ਾਇਦ ਸਿੱਧੂ ਸਾਹਿਬ ਵਰਨੀ, 2 ਚੰਨੀ ਸਾਹਿਬ ਵਰਨੀ, ਸ਼ਾਇਦ ਇਦਾਂ ਦੀ ਕੋਈ ਫਿਗਰ ਕਰ ਰਹੇ ਨੇ। ਮਤਲਬ ਦਰਦ ਤਾਂ ਝਲਕਦਾ ਹੈ, ਕੰਪੇਨ ਤਾਂ ਕਰ ਹੀ ਰਹੇ ਨੇ ਨਾਲ, ਉਹ ਜਿਹੜੇ ਪਿਛਲੇ ਦਰਦ ਨੇ ਉਹ ਸਾਥ ਨਹੀਂ ਛੱਡ ਰਹੇ, ਉਲਟਾ ਕਹਿ ਰਹੇ ਨੇ ਮੈਨੂੰ ਸੀ ਡਿਪਟੀ ਸੀਐਮ ਦਾ ਆਫਰ ਹੋਇਆ ਸੀ, ਮੈਂ ਠੁਕਰਾਤਾ। ਕੰਪੇਨ ਵੀ ਉਹ ਆਪਣੇ ਭਤੀਜੇ ਵਾਸਤੇ ਹੀ ਕਰ ਰਹੇ ਨੇ, ਹਾਂਜੀ, ਹੋਰ ਕਿਸੇ ਕਾਂਗਰਸ ਵਾਸਤੇ ਨਹੀਂ। ਨਹੀਂ। ਇਹ ਚੀਜ਼ ਨੋਟ ਕਰਨਾ ਬਿਲਕੁਲ ਹੈ ਕਿ ਉਹ ਪਹਿਲਾਂ ਵਿਦੇਸ਼ ਦੌਰੇ ਤੇ ਚਲੇ ਜਾਂਦੇ ਨੇ। ਜੀ। ਬੜਾ ਕ੍ਰੂਸ਼ਲ ਸਟੇਜ ਸੀਗਾ, ਹਾਂਜੀ, ਜਿਸ ਸਟੇਜ ਤੇ ਲੜਾਈ ਦੀ ਤਿਆਰੀ ਹੋਣੀ ਸੀਗੀ, ਹੂੰ ਉਹ ਛੁੱਟੀ ਬਿਤਾਉਣ ਚਲੇ ਜਾਂਦੇ ਜਾਂ ਨਿੱਜੀ ਕੰਮਾਂ ਕਾਰਾਂ ਵਾਸਤੇ, ਮੈਨੂੰ ਨਹੀਂ ਪਤਾ, ਜੀ। ਉਹ ਚਲੇ ਜਾਂਦੇ ਨੇ ਵਿਦੇਸ਼ ਫੇਰੀ ਤੇ ਚਲੇ ਜਾਂਦੇ, ਆਉਂਦੇ ਆ। ਹਾਂਜੀ। ਟਿਕਟ ਵੀ ਉਹਨਾਂ ਨੇ ਆਪ ਨਹੀਂ ਲਈ ਜਾਂ ਦਿੱਤੀ ਨਹੀਂ ਗਈ, ਕੁਝ ਵੀ ਮੈਟਰ ਹੋ ਸਕਦਾ ਹੈ। ਹੂੰ ਭਤੀਜੇ ਨੂੰ ਦਿੱਤੀ ਟਿਕਟ, ਭਤੀਜੇ ਦਾ ਬਾਈ ਕੈਰੀਅਰ ਜਿਹੜਾ ਆ ਜੀ। ਉਹ ਹੁਣ ਪਤਾ ਨਹੀਂ ਕਿਸ ਦਿਸ਼ਾ ਵੱਲ ਜਾਏਗਾ, ਹਾਂਜੀ। ਪਰ ਉਹ ਪ੍ਰਚਾਰ ਵੀ ਕਾਂਗਰਸ ਦਾ ਨਹੀਂ ਕਰ ਰਹੇ। ਉਹ ਤਾਂ ਉਲਟਾ ਤੁਹਾਨੂੰ ਪਤਾ ਨਾ, ਚੰਨੀ ਹੋਵੇ ਜਾਂ ਸਿੱਧੂ ਹੋਵੇ, ਹਾਂਜੀ। ਕਈ ਮੌਕਿਆਂ ਤੇ ਉਹ ਤੇ ਟਵੀਟ ਉਲਟ ਕਰਦੇ ਨੇ, ਕਰਦੇ ਨਹੀਂ ਬਿਲਕੁਲ। ਔਰ ਕਿਆ ਉਹਨਾਂ ਦਾ ਸ਼ਾਇਰਾਨਾ ਅੰਦਾਜ਼ ਆ। ਅਸੀਂ ਤੇ ਐਵੇਂ ਮਗਰ ਲੱਗੇ ਰਹੇ ਮਿਰਜ਼ਾ ਗਾਲਬ ਹੈ, ਮਿਰਜ਼ਾ ਗਾਲਬ ਹੈ, ਤੇ ਤੱਕ ਮੀਰ ਤੱਕ ਹੀ ਮੀਰ ਅਰਗੇ ਨੇ। ਹਾਂਜੀ ਬਿਲਕੁਲ। ਹਾਲਾਂਕਿ ਉੱਥੋਂ ਤੱਕ ਪਹੁੰਚਣਾ ਬੜਾ ਔਖਾ ਹੈ। ਮਤਲਬ ਕਿ ਜੇ ਕਹੀਏ ਕਿ ਸ਼ਾਇਰ ਸੁੱਟਣ, ਸ਼ਾਇਰੀ ਸੁੱਟਣ ਦੇ ਮਾਮਲੇ 'ਚ ਉਹ ਮਿਰਜ਼ਾ ਗਾਲਬ ਮਿਲਿਆ ਕੈਬਨਿਟ ਦੇ ਵਿੱਚ, ਤੇ ਇੱਧਰ ਵੀ ਮੀਰ ਤੱਕ ਹੀ ਮੀਰ ਹੀ ਆ। ਬਿਲਕੁਲ। ਇਹ ਸਿਆਸਤ ਦਾ ਮੀਰ ਤੱਕ ਹੀ ਮੀਰ ਕਹਿ ਲਿਆ। ਹਾਂਜੀ। ਅੱਛਾ, ਗੱਲ ਇਹ ਆ ਕਿ ਸ਼ਾਇਰਾਨਾ ਅੰਦਾਜ਼ ਦੇ ਵਿੱਚ ਤਨਸੋ ਸਾਰੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ। ਇੱਥੇ ਉਹਨਾਂ ਨੇ ਆਪਣਾ ਢਿੱਡ ਫੋਲ ਦਿੱਤਾ, ਘਰੇ ਆ ਕੇ ਤਾਂ ਫੁੱਲਣਾ ਹੀ ਸੀ। ਹਾਂ, ਆਪਣੇ ਬੰਦਿਆਂ ਦੇ ਵਿੱਚ ਦੱਸਿਆ ਕਿ ਯਾਰ ਮੈਂ ਬਣਦਾ ਰਹਿ ਗਿਆ। ਅੱਛਾ, ਇਹੋ ਗੱਲ ਸੁਖਜਿੰਦਰ ਰੰਧਾਵਾ ਕਹੀ ਜਾਂਦਾ। ਅੱਛਾ। ਉਹ ਕਹਿੰਦਾ ਮੈਂ ਤਕਰੀਬਨ ਕੰਮ ਬਣ ਗਿਆ ਸੀ, ਸਿੱਧੂ ਨੇ ਐ ਥਾਲੀ ਦੇ ਵਿੱਚ ਅੱਛਾ ਪਰੋਸੀ ਖੀਰ ਦੇ ਵਿੱਚ ਲੱਤ ਮਾਰੀ। ਓਹੋ। ਮਤਲਬ ਕਿ ਆਹ ਤੇ ਝਗੜਾ ਚੱਲਣ ਡਿਆ। ਹੁਣ ਦੇਖੋ, ਇਹ ਕਹਿੰਦੇ ਵਿਧਾਇਕਾਂ ਦੇ ਟੈਲੀਫੋਨ ਆਏ ਆ, ਉਸ ਟਾਈਮ ਤਾਂ ਤੁਹਾਡੇ ਵਿਧਾਇਕ ਜਿਹੜੇ ਆ ਉਹ ਇਸ ਤਰ੍ਹਾਂ ਸੀ ਕਿ ਸਵੇਰੇ ਉਹਦੇ ਘਰੇ ਸਿਸਵਾ ਜੀ, ਦੁਪਹਿਰੇ ਸਿੱਧੂ ਘਰੇ ਜੀ, ਸ਼ਾਮ ਨੂੰ ਰੰਧਾਵੇ ਘਰੇ, ਹਾਂਜੀ, ਤੇ ਰਾਤ ਨੂੰ ਮਨਪ੍ਰੀਤ ਦੇ ਘਰ। ਹਾਂਜੀ, ਵਿਧਾਇਕ ਤੇ ਐਂ ਚੱਲਣ ਡਿਆ ਸੀ ਹਾਂ। ਇਹਨਾਂ ਦਾ ਸਵੇਰ ਹਾਈ ਕਮਾਂਡ ਇਹ ਕੋਈ ਗੱਲ ਨਹੀਂ ਹੈ। ਹਾਂਜੀ ਪ੍ਰਵੀਨ ਜੀ, ਇਹ ਕੋਈ ਗੱਲ ਨਹੀਂ ਬਣੀ। ਹੂੰ ਮਤਲਬ ਕਿ ਮੈਂ ਤੁਹਾਨੂੰ ਇੱਕ ਖੁਲਾਸਾ ਕੀਤਾ ਸੀਗਾ, ਜੀ, ਪਰਦੇ ਪਿਛਲਾ ਖੁਲਾਸਾ, ਜਿਹੜਾ ਕਿ ਮੈਂ ਇੱਕ ਚੈਨਲ ਤੋਂ ਇੱਕ ਜਦੋਂ ਫੋਨੋ ਹੋਈ, ਇੱਕ ਖਬਰ ਬ੍ਰੇਕ ਹੋਈ, ਉੱਥੋਂ ਹੀ ਅੰਦਾਜ਼ਾ ਲਾ ਲਿਆ ਸੀ ਕਿ ਹੁਣ ਤਾਂ ਉਹ ਔਨ ਰਿਕਾਰਡ ਚੀਜ਼ਾਂ ਆ ਜਾਂਦੀਆਂ ਨੇ, ਠੀਕ ਹੈ, ਅਜੇ ਖੁੱਲ ਕੇ ਆ ਜਾਣਗੀਆਂ, ਕਿ ਚੰਨੀ ਨੂੰ ਸੀਐਮ ਬਣਾਉਣ ਦੇ ਵਿੱਚ ਮਨਪ੍ਰੀਤ ਬਾਦਲ ਦਾ ਇੱਕ ਰੋਲ ਸੀ। ਔਰ ਚੰਨੀ ਬਕਾਇਦਾ ਉਹਨਾਂ ਦੀ ਕੋਠੀ 'ਚ ਜਾ ਕੇ ਜਿਸ ਤਰ੍ਹਾਂ ਉੱਥੇ ਮਤਲਬ ਕਿ ਇੱਕ ਤਰ੍ਹਾਂ ਨਾਲ ਹਾਜ਼ਰੀ ਭਰ ਰਹੇ ਸੀਗੇ, ਉਹਦੇ ਤੋਂ ਸਾਫ਼ ਸੀ, ਪ੍ਰਤੱਖ ਸੀ ਕਿ ਮਨਪ੍ਰੀਤ ਦਾ ਰੋਲ ਬਹੁਤ ਵੱਡਾ ਸੀ। ਉਹਦਾ ਇੱਕ ਕਾਰਨ ਆ, ਗਾਂਧੀ ਫੈਮਿਲੀ ਦੇ ਨਾਲ ਸੁਨੀਲ ਜਾਖੜ ਦੀ ਜੇ ਬਿਹਤਰੀਨ ਟਿਊਨਿੰਗ ਹੈ, ਤਾਂ ਮਨਪ੍ਰੀਤ ਬਾਦਲ ਦੀ ਵੀ ਬਹੁਤ ਅੱਛਾ ਮਲਾਜ਼ਾ ਹੈ ਜੀ, ਬਹੁਤ ਵਧੀਆ ਮਲਾਜ਼ਾ ਹੈ ਇਹਨਾਂ ਦਾ। ਜਿੱਥੇ ਮਲਾਜ਼ੇਦਾਰੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ,
ਉੱਥੇ ਜਦੋਂ ਇਹ ਸਾਰਾ ਅੜ ਗਿਆ, ਹਾਂਜੀ ਜੱਟ ਜੱਟ ਆਪਸ ਚ ਲੜ ਪਏ, ਹਾਂਜੀ ਉਧਰੋਂ ਹਿੰਦੂ ਹਿੰਦੂ ਆਪਸ ਚ ਲੜ ਪਏ, ਜੀ। ਅੰਬਿਕਾ ਸੋਨੀ ਤੇ ਸੁਨੀਲ ਜਾਖੜ। ਹਾਂਜੀ ਹਾਂਜੀ ਬਿਲਕੁਲ। ਮਨਪ੍ਰੀਤ ਬਾਦਲ ਨੇ ਤੀਰ ਮਾਰਿਆ, ਉਹ ਤੀਰ ਟਿਕਾਣੇ ਤੇ ਲੱਗਾ, ਉਹਨੇ ਆਖਿਆ ਕੈਸੀ ਬਣਾ ਦਿਓ, ਜੀ ਇਹਨਾਂ ਚੱਲਣ ਨਹੀਂ ਦੇਣਾ, ਬਿਲਕੁਲ। ਇਹਨਾਂ ਦੇ ਵਿੱਚੋਂ ਇਹੀ ਹੱਲ ਨਿਕਲਦਾ ਹੈ, ਹਾਂਜੀ ਚੰਨੀ ਨੂੰ ਬਣਾ ਦਿਓ। ਤਾਂ ਤੇ ਉਹਨਾਂ ਤੀਰ ਐਸਾ ਲੱਗਿਆ ਫਿਰ ਐਸਾ ਤੀਰ ਲੱਗਿਆ ਕਿ ਉਹਦੇ ਚ ਸਾਰਾ ਕਈ ਕੁਝ ਫੁੰਡੇ ਗਏ। ਫੁੰਡੇ ਗਏ, ਜੀ। ਮਤਲਬ ਕਿ ਉਹ ਸ਼ਰੀਕ ਵੀ ਫੁੰਡ ਲਏ ਤੇ ਪਾਰਟੀ ਨੂੰ ਵੀ ਇੱਕ ਨਵਾਂ ਰਸਤਾ ਦੇ ਦਿੱਤਾ। ਰਸਤਾ ਉਹਨਾਂ ਨੂੰ ਗੱਲ ਨੈਰੇਟਿਵ ਹੀ ਉਹਨਾਂ ਨੂੰ ਗੱਲ ਜੱਜ ਗਈ। ਮਨਪ੍ਰੀਤ ਗੱਲ ਜਚਾਉਣ ਦੇ ਵਿੱਚ ਤੇ ਵਿੱਚ ਮਾਸਟਰ ਆ। ਬਿਲਕੁਲ। ਜੇ ਗੱਲ ਜਚਾ ਕੇ ਤੇ 36 ਕਰੋੜ ਨੂੰ 72 ਕਰੋੜ ਕਰ ਲਈ ਆ। ਹਾਂਜੀ ਪ੍ਰਾਪਰਟੀ ਇਦਾਂ ਹੀ ਡਿਵੈਲਪ ਹੁੰਦੀ ਹੈ ਨਾ, ਹਾਂਜੀ ਆਪਣੀ ਡਿਵੈਲਪਮੈਂਟ ਇਸ ਤਰ੍ਹਾਂ ਹੁੰਦੀ ਆ। ਸੋ ਸੁਨੀਲ ਜਾਖੜ ਜੋ ਮਰਜ਼ੀ ਕਰੀ ਜਾਣ। ਹੂੰ ਉਹ ਇੱਕ ਗਾਣਾ ਸੀਗਾ, ਸ਼ਾਇਦ ਪੰਕਤੀਆਂ ਹੁਣ ਪਤਾ ਨਹੀਂ ਬੋਲਾਂ ਕਿ ਨਾ ਬੋਲਾਂ, ਹਾਂਜੀ ਕਿ ਹੈ ਨਹੀਂ ਤੇਰੇ ਕਰਮਾਂ ਚ ਨਿੱਘ ਮੰਨਣਾ। ਠੀਕ ਹੈ। ਮਤਲਬ ਕਿ ਕਈ ਵਾਰੀ ਕਰਮਾਂ ਚ ਨਿੱਘ ਮੰਨਣਾ ਹੁੰਦਾ ਹੀ ਨਹੀਂ। ਜੀ ਜੀ ਜੀ। ਸੋ ਇਹਨਾਂ ਦੇ ਕਰਮਾਂ ਚ ਮੈਨੂੰ ਨਹੀਂ ਲੱਗਦਾ ਕਿ ਚੀਫ ਮਿਨਿਸਟਰੀ ਹੈਗੀ ਸੀ ਹੁਣ ਤੱਕ, ਗਾਂ ਹੋਵੇ ਕੋਈ ਕੁਝ ਕਹਿ ਨਹੀਂ ਸਕਦਾ। ਸੋ ਇਹ ਗੱਲਾਂ ਹੁੰਦੀਆਂ ਨੇ, ਕਈ ਵਾਰ ਦੁਖੜੇ ਫੋਲੇ ਜਾਂਦੇ ਆ, ਦਿਲ ਦਾ ਦਰਦ ਆ ਗਿਆ ਜ਼ੁਬਾਨ ਤੇ, ਸੋ ਜ਼ੁਬਾਨ ਤੇ ਆ ਜਾਂਦਾ ਹੈ, ਮਲਾਲ ਹੁੰਦਾ ਹੈ ਹਰੇਕ ਬੰਦੇ ਨੂੰ, ਬਾਈ ਮਲਾਲ ਹੁੰਦਾ। ਆਪਾਂ ਵੀ ਕਿਤੇ ਬਣਦੇ ਕੰਮ ਤੇ ਜੇ ਕੋਈ ਪਾਣੀ ਫੇਰ ਜਾਵੇ ਉਦਾਸ ਤੇ ਹੁੰਨੇ ਆ ਨਾ। ਬਿਲਕੁਲ। ਪਰ ਕਈ ਚੀਜ਼ਾਂ ਇਦਾਂ ਹੁੰਦੀਆਂ ਨਾ ਮਿੰਟੂ ਜੀ, ਹੁਣ ਤਾਂ ਉਹ ਐਮਐਲਏ ਦੀ ਚੋਣ ਨਹੀਂ ਲੜ ਰਹੇ, ਵਿਧਾਇਕੀ ਦੀ, ਤਾਂ ਇਸ ਰੇਸ ਚੋਂ ਬਾਹਰ ਲੱਗਦੇ ਨੇ, ਪਰ ਕਈ ਚੀਜ਼ਾਂ ਵੋਟਰਾਂ ਦੇ ਮਨਾਂ ਤੇ ਅਸਰ ਛੱਡਣ ਵਾਸਤੇ ਕਈ ਹੁੰਦੀਆਂ। ਹਾਂ ਬਿਲਕੁਲ ਬਿਲਕੁਲ, ਹਮਦਰਦੀ ਨਹੀਂ ਬਿਲਕੁਲ ਇਹ ਵੀ ਹੁੰਦਾ ਹੈ ਕਿ ਦੇਖੋ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਹਮਦਰਦੀ ਵੀ ਚਾਹੁੰਦੇ ਹੋ ਕਿ ਮੇਰੇ ਨਾਲ। ਸਾਹਿਬ ਜਦੋਂ ਜੇਲ੍ਹ ਚ ਆਏ ਸੀ ਨਾ, ਹਾਂਜੀ, ਤੇ ਸੈਂਪਤੀ ਨੇ ਬਹੁਤ ਕੁਝ ਦਿੱਤਾ ਸੀ ਫਿਰ। ਹਾਂਜੀ ਮੈਂ ਉਹੀ ਕਹਿ ਰਿਹਾ ਨਾ, ਕਈ ਵਾਰ ਇਹ ਹੁੰਦਾ ਕਿ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਜਾ ਕੇ ਜਾਂ ਆਪਣੇ ਹਲਕੇ ਦੇ ਲੋਕਾਂ ਵਿੱਚ ਜਾ ਕੇ ਕਹਿੰਦੇ ਹੋ ਕਿ ਯਾਰ ਮੇਰੇ ਨਾਲ ਠੀਕ ਨਹੀਂ ਕੀਤਾ, ਹਾਂਜੀ ਮੇਰੇ ਨਾਲ ਠੀਕ ਨਹੀਂ ਹੋਇਆ। ਹਾਂਜੀ ਇਹ ਵੀ ਹੁੰਦਾ ਹੈ ਨਾ ਕਿ ਤੁਸੀਂ ਜਾ ਕੇ ਦੇਖੋ, ਗੁਜਰਾਤ ਇਲੈਕਸ਼ਨ ਫਸਿਆ ਸੀ, ਮਨੀ ਸ਼ੰਕਰ ਅਈਅਰ ਨੇ ਇੱਕ ਬਹੁਤ ਮਤਲਬ ਕਿ ਕਹਿ ਲਓ ਕਿ ਨੀਚ ਸ਼ਬਦ ਇਸਤੇਮਾਲ ਕਰ ਦਿੱਤਾ ਨਰਿੰਦਰ ਮੋਦੀ ਬਾਰੇ। ਆਪਾਂ ਆਮ ਬੋਲਚਾਲ ਚ ਕਹਿੰਦੇ ਆ ਕਿ ਯਾਰ ਫਲਾਣਾ ਬੜਾ ਨੀਚ ਕਿਸਮ ਦਾ ਇਨਸਾਨ ਹੈ, ਕਹਿੰਦੇ ਆ ਨਾ ਕਈ ਵਾਰੀ ਗੁੱਸੇ ਚ ਆਏ। ਅੱਛਾ, ਉਹਨੇ ਜਾ ਕੇ ਆਪਣੇ ਲੋਕਾਂ ਨੂੰ ਕੀ ਕਿਹਾ ਕਿ ਤੁਹਾਡੇ ਪੁੱਤਰ ਨੂੰ, ਗੁਜਰਾਤੀ ਪੁੱਤਰ ਨੂੰ ਇਹਨੇ ਨੀਚ ਜਾਤ ਦਾ ਕਿਹਾ। ਸਾਰੀ ਗੇਮ ਬਦਲ ਗਈ ਰਾਤੋਂ ਰਾਤ ਹੀ ਲੋਕਾਂ ਨੂੰ, ਕਿਉਂਕਿ ਸਾਡੇ ਕੀ ਹੈ ਕਿ ਰਾਸ਼ਟਰਵਾਦ ਤੇ ਚੱਲਦਾ ਹੀ ਚੱਲਦਾ, ਉਹ ਤੇ ਅਸਰ ਕਰਕੇ ਹੈ ਉਹ ਰਾਸ਼ਟਰਵਾਦ ਜਾਂ ਸਾਡਾ ਖਿੱਤਾਵਾਦ, ਬਰਾਦਰੀਵਾਦ, ਜਾਤਵਾਦ, ਉਹ ਸਾਰਾ ਕੁਝ ਚੱਲਦਾ ਹੈ। ਸੋ ਕਈ ਵਾਰ ਇਹ ਹੁੰਦਾ ਕਿ ਤੁਸੀਂ ਆਪਣੀ ਬਰਾਦਰੀ 'ਚ ਜਾ ਕੇ ਇਹ ਕਹਿੰਦੇ ਹੋ ਕਿ ਯਾਰ ਪਾਰਟੀ ਨੂੰ ਜੇ ਤੁਸੀਂ ਵੋਟ ਨਹੀਂ ਪਾਉਣੀ ਬੇਸ਼ੱਕ ਨਾ ਪਾਓ, ਪਰ ਮੇਰੇ ਨਾਲ ਧੱਕਾ ਹੋਇਆ ਹੈ, ਮੇਰੇ ਨਾਲ ਜ਼ਰੂਰ ਖੜੋ। ਇਹ ਵੀ ਕੋਸ਼ਿਸ਼ ਹੁੰਦੀ ਹੈ ਕਈ ਵਾਰ। ਹਾਂ ਠੀਕ ਹੈ, ਤੁਹਾਡੀ ਗੱਲ ਵੀ ਜਿਹੜੀ ਦਰੁਸਤ ਹੈ ਕਿ ਕਈ ਵਾਰ ਬੰਦਾ ਜਾ ਕੇ ਦੱਸਦਾ ਹੈ ਕਿ ਯਾਰ ਮੈਂ ਨਾ ਪਾਵਰਫੁਲ ਹੈਗਾ। ਬਿਲਕੁਲ। ਅੱਛਾ ਮੈਨੂੰ ਜਾਂਦੇ ਜਾਂਦੇ ਕਰੋੜਾਂਪਤੀ ਅਰਬਾਂਪਤੀ ਉਮੀਦਵਾਰਾਂ ਦੀ ਚਰਚਾ ਬੜੀ ਹੈ। ਅਮਨ ਅਰੋੜਾ ਜੀ ਵੀ ਇਸ ਕਤਾਰ ਚ ਆ ਗਏ ਹੁਣ, ਤੇ ਪਹਿਲਾਂ ਮਨਪ੍ਰੀਤ ਬਾਦਲ ਦੇ ਚਰਚੇ ਸੀ, ਬਾਦਲ ਸਾਹਿਬ ਦੀ ਚਰਚੇ ਸੀ, ਹੋਰ ਕੈਪਟਨ ਅਮਰਿੰਦਰ ਦੇ ਚਰਚੇ ਸੀ। ਕਰੋੜਾਂਪਤੀ ਛੱਡੋ ਜੀ, ਸਾਡੇ ਕੋਲ 3 ਅਰਬਪਤੀ ਨੇ। ਠੀਕ ਹੈ ਜੀ, 3 ਅਰਬਪਤੀ ਵੀ ਨੇ ਨਾ। ਅੱਛਾ, ਸੁਖਬੀਰ ਸਿੰਘ ਬਾਦਲ, ਰਾਣਾ ਗੁਰਜੀਤ, ਹਾਂਜੀ, ਕੁਲਵੰਤ ਸਿੰਘ। ਹਾਂਜੀ, ਸਾਨੂੰ ਮਾਣ ਕਰਨਾ ਚਾਹੀਦਾ, 3 ਅਰਬਪਤੀ ਨੇ, ਔਰ ਇਹ ਚਾਕਰੀ ਕਰਨ ਵਾਸਤੇ, ਪਬਲਿਕ ਦੀ ਚਾਕਰੀ ਕਰਨ ਵਾਸਤੇ ਅਰਬਪਤੀ ਲਾਈਨ ਚ ਲੱਗੇ ਕਿ ਸਾਨੂੰ ਸੇਵਾ ਦਾ ਮੌਕਾ ਦੇ। ਇੰਨੇ ਸਾਡੇ ਲੋਕਾਂ ਦਾ ਰੁਤਬਾ ਹੈ ਇਹ। ਹਾਂਜੀ। ਅੱਛਾ, ਜੁੱਤੀਆਂ ਕਰਨ ਵਾਲਾ ਵੀ ਉਮੀਦਵਾਰ ਹੈ? ਕਿਉਂ ਨਹੀਂ, ਜੇ ਅਰਬਪਤੀ ਹੈ, ਹਾਂਜੀ, ਜਿੱਥੇ ਅਮੀਰ ਹੈ ਉੱਥੇ ਗਰੀਬ ਵੀ ਹੋਏਗਾ। ਗਰੀਬ ਤਾਂ ਗਰੀਬ ਜ਼ਿਆਦਾ ਹੋਏਗਾ, ਗਰੀਬ ਜ਼ਿਆਦਾ ਹੋਏਗਾ। ਸਹੀ, ਦਰੁਸਤ ਹੈ। ਦੇਖੋ ਜਦੋਂ ਬਹੁਤ ਵੱਡੇ ਨਗਾਰਖਾਨੇ ਦੇ ਵਿੱਚ ਨਗਾਰੇ ਵੱਜਦੇ ਹੋਣ ਨਾ, ਤੂਤਨੀਆਂ ਦੀ ਆਵਾਜ਼ ਘੱਟ ਆਉਂਦੀ ਹੈ, ਪਰ ਉਹ ਲਗਾਤਾਰ ਵੱਜਦੀਆਂ ਰਹਿੰਦੀਆਂ ਨੇ। ਉਹਨਾਂ ਦਾ ਵੱਜਣਾ ਹੀ ਆਪਣੇ ਆਪ ਦੇ ਵਿੱਚ ਇੱਕ ਕਹਿ ਲਓ ਕਿ ਫਰਜ਼ ਅਦਾਇਗੀ ਹੁੰਦੀ ਹੈ, ਇੱਕ ਕਲਾ ਕੌਤਕ ਹੁੰਦਾ ਹੈ। ਜਿੱਥੋਂ ਤੱਕ ਕਰੋੜਪਤੀ ਤੇ ਅਰਬਪਤੀਆਂ ਦੀ ਗੱਲ ਆ, ਅੱਜ ਹੀ ਮੈਂ ਚਰਨਜੀਤ ਭਾਜੀ ਦੀ ਪੜ੍ਹਦਾ ਪਿਆ ਸੀ ਇੱਕ ਰਿਪੋਰਟ, ਇੱਕ ਬੰਦੇ ਕੋਲ 9.5 ਕਰੋੜ ਦੇ ਗਹਿਣੇ ਨੇ। 9.5 ਕਰੋੜ ਦੇ ਗਹਿਣੇ ਮਤਲਬ 19.5 ਕਿਲੋ ਸੋਨਾ ਬਣ ਜਾਏਗਾ। 19.5 ਕਿਲੋ ਗਰੀਬ ਦੀ ਮੱਟੀ ਚ ਆਟਾ ਨਹੀਂ ਹੁੰਦਾ। ਸਹੀ ਹੈ। 19.5 ਕਿਲੋ ਯੂਰੀਆ ਲੈਣ ਵਾਸਤੇ ਕਤਾਰ ਚ ਲੱਗਣਾ ਪੈਂਦਾ ਹੈ। ਬਿਲਕੁਲ। ਹਰਿਆਣੇ ਦੇ ਵਿੱਚ ਭਾਣਜੀ ਦੇ ਵਿਆਹ ਤੇ ਮਾਮੇ ਨੇ 25 ਥੈਲੇ ਯੂਰੀਆ ਭੇਟ ਕੀਤਾ ਹੈ। ਕੀ ਬਾਤ ਹੈ। ਮੋਦੀ ਹੈ ਤਾਂ ਸਭ ਸੰਭਵ ਹੈ। ਹਾਂਜੀ। ਸੋ ਗੱਲ ਇਹ ਆ ਕਿ
ਸੁਖਬੀਰ ਬਾਦਲ ਹੋਰਾਂ ਕੋਲ 7.5 ਕਰੋੜ ਦੇ ਗਹਿਣੇ। ਠੀਕ ਹੈ। 7.5 ਕਰੋੜ ਦੇ ਕਿਤੇ ਕਹਿ ਲੋ ਕਿ ਅਸਾਸੇ ਵੀ ਨਹੀਂ ਹੁੰਦੇ, ਸਾਰੇ ਪਿੰਡ ਦੇ ਗਰੀਬ ਮਿਲਾ ਲਈਏ ਉਹਨਾਂ ਦੇ 7 ਕਰੋੜ ਦੇ ਅਸਾਸੇ ਨਹੀਂ ਬਣਦੇ, ਗਹਿਣੇ ਹੀ ਇਕੱਲੇ, ਗਹਿਣਾ ਕੱਟਾ। ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ। ਬਿਲਕੁਲ ਜੀ। ਪਤਾ ਨਹੀਂ ਮਾਪਿਆਂ ਨੇ ਪਾਏ ਕਿ ਸਹੁਰਿਆਂ ਨੇ ਪਾਏ, ਸਾਨੂੰ ਨਹੀਂ ਪਤਾ। ਐਫੀਡੇਵਿਟ ਸਾਰਿਆਂ ਨੇ ਦਿੱਤੇ ਕਿ ਸਾਡੇ ਕੋਲ ਹੈਗੇ ਨੇ। ਪਰ ਜਿਵੇਂ ਮੈਂ ਕਿਹਾ ਕਿ ਬਿਲਕੁਲ ਕਰੋੜਪਤੀ ਅਰਬਪਤੀ ਕਤਾਰ ਦੇ ਵਿੱਚ। ਸੱਚ ਚੇਤਾ ਇੱਕ ਹੋਰ ਆ ਗਿਆ। ਹਾਂਜੀ। ਮਾਫ ਕਰਨਾ, ਟਾਈਮ ਥੋੜਾ ਜਿਹਾ ਜ਼ਿਆਦਾ ਲਵਾਂਗਾ। ਹਾਂਜੀ। 92 ਐਮਐਲਏ ਆਪਣੇ ਹਾਂਜੀ ਕਰੋੜਪਤੀ ਨੇ। ਠੀਕ ਹੈ। 113 ਚੋਂ 4 ਖਾਲੀ, 113 ਚੋਂ 92 ਕਰੋੜਪਤੀ। ਅਰੇ ਵਾਹ। 92 ਕਰੋੜ। ਤੇ ਮੈਂ ਹੱਸਦਾ ਸਾਂ, ਮੈਂ ਕਿਹਾ ਲੱਖਪਤੀ ਹੈ ਜਿਹੜੇ, ਇਹ ਸਮਝ ਲਓ ਕਿ ਜਦੋਂ ਆ ਇਲੈਕਸ਼ਨ ਦੇ ਵਿੱਚ ਜਿੱਤ ਗਏ ਨਾ, ਇਹ ਵੀ ਕਰੋੜਪਤੀ ਬਣ ਜਾਣਗੇ। ਚਿੰਤਾ ਨਾ ਕਰੋ, ਐਸੀ ਵਿਧਾਨ ਸਭਾ ਹੋਗੀ ਸਾਰੇ ਮੁਲਕ 'ਚ ਜਿਹੜੇ ਸਾਰੇ ਐਮਐਲਏ ਕਰੋੜਪਤੀ ਹੋਊਗੇ। ਅੱਛਾ, ਜਿਹੜੀ ਗੱਲ ਆ ਜੁੱਤੀਆਂ ਗੰਢਣ ਵਾਲੇ ਦੀ, ਸਲੂਟ ਹੈ ਇਹੋ ਜਿਹੇ ਲੋਕਾਂ ਨੂੰ। ਠੀਕ ਹੈ। ਦੇਖੋ ਜਿੱਤਣਾ ਹਾਰਨਾ ਇਹ ਕੁਛ ਨਹੀਂ ਮਾਇਨੇ, ਜਿੱਤ ਹਾਰ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਬੰਦਾ ਹਾਰਦਾ ਹੈ, ਕਈ ਵਾਰ ਆਪਣੇ ਹੱਥੋਂ, ਆਪਣੀ ਔਲਾਦ ਹੱਥੋਂ ਹਾਰ ਜਾਂਦਾ ਵਾ। ਚੈਂਪੀਅਨ ਲੋਕ ਮੈਂ ਡੁਸਕਦੇ ਦੇਖੇ ਆ ਜਿਹੜੇ ਆਪਣੀ ਜ਼ਿੰਦਗੀ 'ਚ ਚੈਂਪੀਅਨ ਰਹੇ ਆ, ਕਿ ਕਈ ਵਾਰ ਬੀਵੀ ਨਾਲ ਹੀ ਨਹੀਂ ਬਣਦੇ ਜੀ। ਬਹੁਤ ਮਹਾਨ ਲੋਕ, ਦਾਰਸ਼ਨਿਕ ਲੋਕ। ਹਾਂਜੀ। ਠੀਕ ਹੈ ਨਾ। ਅੰਦਰੋਂ ਟੁੱਟੇ ਵੇਖੇ ਨੇ ਬਹੁਤ ਬਹੁਤ। ਖੈਰ, ਤਾਂ ਗੱਲ ਇਹ ਹੈ ਕਿ ਹੁਸ਼ਿਆਰਪੁਰ ਤੋਂ ਜਖੂ ਸਾਹਿਬ ਨੇ ਇੱਕ ਟਾਵਰ ਦੇ ਥੱਲੇ ਜੁੱਤੀਆਂ ਗੰਢਣ ਦਾ ਖੋਖਾ ਹੈ, ਜੁੱਤੀਆਂ ਪਾਲਿਸ਼ ਕਰਨ ਦਾ ਖੋਖਾ ਹੈ। 20ਵਾਂ ਇਲੈਕਸ਼ਨ ਲੜ ਰਹੇ ਨੇ। ਅਰੇ ਵਾਹ। ਪਹਿਲਾਂ ਉਹ ਹੁੰਦੀ ਸੀਗੀ ਨਾ ਰਾਮ ਵਿਲਾਸ ਪਾਸਵਾਨ ਦੀ ਪਾਰਟੀ, ਤੇ ਹੁਣ ਵੀ ਹੈ, ਉਹ ਹੈ ਨਹੀਂ, ਲੋਕ ਜਨਸ਼ਕਤੀ ਪਾਰਟੀ। ਉਹਦੇ ਤੋਂ 3 ਇਲੈਕਸ਼ਨ ਲੜੇ ਨੇ। ਠੀਕ ਹੈ। ਮੈਂਬਰ ਪਾਰਲੀਮੈਂਟ ਦੇ ਵੀ ਇਲੈਕਸ਼ਨ ਲੜੇ ਨੇ, ਤੇ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਇਲੈਕਸ਼ਨ ਵੀ ਲੜੇ ਨੇ। 19 ਇਲੈਕਸ਼ਨ ਲੜ ਚੁੱਕੇ, ਸਾਰੇ ਇਲੈਕਸ਼ਨ ਉਹਨਾਂ ਨੇ ਲੂਜ਼ ਕੀਤੇ, ਡਿਫੀਟਡ ਰਹੇ ਹਰ ਵਾਰੀ। ਪਰ ਇੱਕ ਸੋਚ ਹੈ, ਕਹਿੰਦੇ ਕਿ ਬੱਚਿਆਂ ਦੇ ਮੂੰਹ 'ਚ ਡਰੱਗ ਨਹੀਂ ਹੋਣਾ ਚਾਹੀਦਾ, ਬੱਚਿਆਂ ਦੇ ਮੂੰਹ 'ਚ ਖਾਣਾ ਹੋਣਾ ਚਾਹੀਦਾ ਜਿਹੜਾ ਰੁਜ਼ਗਾਰ ਤੋਂ ਆਵੇ। ਠੀਕ ਹੈ। ਵਾਹ। ਐਸਾ ਸਮਾਜ ਜਿਹਦੇ ਵਿੱਚ ਨਾ ਅਮੀਰ ਹੋਵੇ, ਨਾ ਗਰੀਬ ਹੋਵੇ, ਨਾ ਊਚ ਹੋਵੇ, ਨੀਚ ਹੋਵੇ, ਐਸੇ ਸਮਾਜ ਦੀ ਸਿਰਜਣਾ ਕਰਨੀ ਹੈ ਜੀ। ਕੋਈ ਵਰਗ ਨਾ ਹੋਵੇ, ਕੋਈ ਜਮਾਤ ਨਾ ਹੋਵੇ, ਸਭ ਇਕਸਾਰ ਹੋਣ, ਸਾਰਿਆਂ ਕੋਲ ਇਕਸਾਰ ਮੌਕੇ ਹੋਣ। ਜੀ ਜੀ ਜੀ, ਕੀ ਬਾਤ ਹੈ। ਸਿੱਖਿਆ ਤੇ ਸਹੂਲਤ ਸਿਹਤ ਦੀ ਜਿਹੜੀ ਹੈ ਬਿਲਕੁਲ ਫ੍ਰੀ ਆਫ ਕਾਸਟ। ਅੱਛਾ। ਜਿੰਨਾ ਮਰਜ਼ੀ ਕੋਈ ਪੜ੍ਹੇ, ਜਿੰਨਾ ਮਰਜ਼ੀ ਕੋਈ ਬਿਮਾਰ ਹੈ। ਕਿਆ ਪਰ ਆਹੀ ਤੇ ਪ੍ਰੋਬਲਮ ਹੈ ਨਾ ਜੀ। 20,000 ਦਾ ਬਜਟ ਰੱਖਿਆ ਨੇ ਕਮਾਈ ਕਰਕੇ ਜੋੜਿਆਂ 'ਚ। ਅੱਛਾ। 20,000 ਦਾ ਬਜਟ ਹੈ ਸਕੂਟਰ ਤੇ ਪ੍ਰਚਾਰ ਕਰਨਾ। ਕਹਿੰਦੇ ਚੰਦ ਪੈਸੇ ਜਿਹੜੇ ਨੇ ਉਹ ਪ੍ਰਚਾਰ ਤੇ ਲਾਵਾਂਗੇ, ਕਿਉਂਕਿ ਨਾਮਜ਼ਦਗੀ ਭਰਨ ਤੇ ਵੀ ਖਰਚਾ ਆਉਂਦਾ ਨਾ, ਐਡਵੋਕੇਟ ਫੀਸ ਲੈਂਦੇ ਨੇ ਅੱਜ ਕੱਲ, ਤੇ ਐਡਵੋਕੇਟ ਦੀ ਫੀਸ ਵੀ ਚੋਖੀ ਹੈ। ਬਾਕੀ ਜਿਹੜਾ ਬਚਿਆ ਉਹ ਸਕੂਟਰ ਤੇ ਤੇਲ ਪਾ ਕੇ ਤੇ ਡੋਰ ਟੂ ਡੋਰ ਕੰਪੇਨ ਕਰਨੀ ਹੈ। ਠੀਕ ਹੈ। 20,000 ਦਾ ਬਜਟ ਹੈ ਜੀ। ਲੋਕ 20 ਕਰੋੜ ਲਾ ਕੇ ਜਿੱਤਦੇ ਨਹੀਂ, ਇੱਥੇ 20,000 ਬਜਟ ਰੱਖ ਕੇ ਵੀ ਇਹਦੇ ਵਿੱਚ ਇਲੈਕਸ਼ਨ ਲੜਨਾ ਹੈ। ਕੀ ਬਾਤ। ਸੋ ਇਹ ਸੋਚ ਹੈ, ਕਿਰਦਾਰ ਹੈ। ਸੋਚ ਵੀ ਕੈਸੀ ਨਾ, ਸਮਾਜਿਕ ਬਰਾਬਰਤਾ, ਆਰਥਿਕ ਬਰਾਬਰਤਾ। ਇਹੋ ਜਿਹੇ ਲੋਕ ਸਾਨੂੰ ਜੁੱਤੀਆਂ ਗੰਢਦੇ ਨਜ਼ਰ ਆ ਜਾਣਗੇ, ਪਰ ਜੇ ਉਹਨਾਂ ਦੀ ਅੰਦਰ ਦੀ ਅਵਸਥਾ ਦੇਖੋਗੇ, ਕੀ ਬਾਤ, ਉਹ ਰਿਸ਼ੀਆਂ ਮੁੰਨੀਆਂ ਵਾਲੀ ਹੈ। ਸਾਡੇ ਤੋਂ ਕਿਤੇ ਉੱਤੇ ਦੀ, ਕਿਤੇ ਦੇ ਉੱਤੇ ਆ। ਸੋ ਜਿੱਤਨ ਹਾਰਨ ਓਮ ਪ੍ਰਕਾਸ਼ ਜਖੂ ਜੀ ਕਹਿ ਲਈਏ ਕਿ ਸਲਾਮ ਦੇ ਕਾਬਿਲ ਆ, ਕਿ ਉਹਨਾਂ ਦੇ ਕੋਲ ਇੱਕ ਸੋਚ ਤੇ ਹੈ ਜੀ, ਸਮਾਜ ਪ੍ਰਤੀ ਇੱਕ ਨਜ਼ਰੀਆ ਤੇ ਹੈ। ਅਦਰਵਾਈਜ਼ ਇੱਥੇ ਲੀਡਰ ਇਹੋ ਜਿਹੇ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਤੁਸੀਂ ਇੰਟਰਵਿਊ ਕੀਤਾ ਹੈ, ਤੇ ਉਹਨਾਂ ਨੂੰ ਪੰਜਾਬ ਦੇ 5 ਮੁੱਦੇ ਵੀ ਗਿਣੇ ਨਹੀਂ ਆਏ। ਬਿਲਕੁਲ ਇਸੇ ਨਹੀਂ ਹੈ। ਮਾਨ ਸਾਹਿਬ ਨੇ ਸਹੀ ਕਿਹਾ ਨਾ ਮਿੰਟੂ ਜੀ, ਰੋਟੀ ਹੱਕ ਦੀ ਖਾਈਏ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਿਸੇ ਖੱਡ ਚੋਂ ਨਜਾਇਜ਼ ਰੇਤਾ ਕੱਢਣ ਨਾਲੋਂ ਚੰਗਾ ਹੈ ਕਿ ਬੂਟ ਪਾਲਿਸ਼ ਕਰਕੇ ਰੋਟੀ ਖਾ ਲਈ ਜਾਵੇ। ਕਿਸੇ ਦਾ ਧੀ ਪੁੱਤ ਚਿੱਟੇ ਤੇ ਲਾਉਣ ਨਾਲੋਂ ਚੰਗਾ ਹੈ ਕਿ ਰੋਟੀ ਖਾਧੀ ਜਾਵੇ ਤਾਂ ਬੂਟ ਪਾਲਿਸ਼ ਕਰਕੇ ਖਾ ਲਈ ਜਾਵੇ। ਕਿਸੇ ਦਾ ਹੱਕ ਮਾਰਨ ਨਾਲੋਂ, ਕਿਸੇ ਦੇ ਦਫ਼ਤਰ ਖੜੇ ਭਾਈ ਤੋਂ ਪੈਸੇ ਲੈਣ ਨਾਲੋਂ ਚੰਗਾ ਹੈ ਕਿ ਬੂਟ ਪਾਲਿਸ਼ ਕਰਕੇ ਰੋਟੀ ਖਾ ਲਈ ਜਾਵੇ। ਪਰ ਇਹ ਤਾਂ ਚੰਗਾ ਹੈ ਜੇ ਸਮਾਜ ਦੀ ਸੋਚ ਥੋੜੀ ਜਿਹੀ ਨਜ਼ਰੀਆ ਬਦਲੇ, ਥੋੜੀ ਜਿਹੀ ਸੋਚ ਬਦਲੇ, ਥੋੜਾ ਜਿਹਾ ਪੋਜ਼ਿਟਿਵ ਕਰਨ ਦੀ ਚਾਹਤ ਹੋਵੇ। ਸਲਾਮ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹੋ ਜਿਹੇ ਮਾਹੌਲ ਦੇ ਵਿੱਚੋਂ ਵੀ ਇੰਨੀਆਂ ਸਾਜ਼ਗਾਰ ਚੀਜ਼ਾਂ ਆਪਣੇ ਮਨ 'ਚ ਸਮੋਈ ਬੈਠੇ ਨੇ। ਅਗਲੀ ਵਾਰੀ ਫਿਰ ਮਿਲਾਂਗੇ। ਰੱਬ ਰਾਖਾ।